ਤੁਸੀਂ ਵਿਰੋਧ ਕਰ ਰਹੇ ਸੀਗੇ ਉਦੋਂ ਲੁਧਿਆਣੇ ਨੱਡਾ ਸਾਹਿਬ ਦਾ ਪੂਰਾ ਰੌਲਾ ਪਾਇਆ ਉੱਥੇ ਨੱਡਾ ਸਾਹਿਬ ਹੱਥ ਫੜ ਕੇ ਜਾਖੜ ਸਾਹਿਬ ਨੂੰ ਲੈ ਗਏ। ਹਾਂ, ਤੁਹਾਨੂੰ ਤੰਜ ਕੱਸਣ ਨੂੰ ਟਾਈਮ ਮੌਕਾ ਮਿਲ ਗਿਆ। ਅਸੀਂ ਨੱਡਾ ਸਾਹਿਬ ਦਾ ਵਿਰੋਧ ਕਰ ਰਹੇ ਹਾਂ, ਹੁਣ ਅਸੀਂ ਜਾਖੜ ਸਾਹਿਬ ਦਾ ਵੀ ਵਿਰੋਧ ਕਰਾਂਗੇ। ਹਾਂ, ਜਾਖੜ ਸਾਹਿਬ ਦੇ ਉਲਟ ਬੋਲਿਆ ਜਾਂਦਾ। ਕਦੀ ਸੋਚਿਆ ਨਹੀਂ ਸੀਗਾ ਵੀ ਜਾਖੜ ਸਾਹਿਬ ਦੇ ਉਲਟ ਕਦੀ ਬੋਲਣ ਦੀ ਲੋੜ ਨੌਬਤ ਆਊਗੀ। ਔਰ ਜਾਖੜ ਸਾਹਿਬ ਦੇ ਕੱਦ ਵਰਗਾ ਬੰਦਾ ਜਿਹਨੂੰ ਅਸੂਲਾਂ ਦੇ ਨਾਲ ਅਸੀਂ ਸਮਝਦੇ ਸੀ ਰਾਜਨੀਤੀ ਕਰਦੇ ਆ, ਅਸੀਂ ਸੋਚਦੇ ਸੀ ਵੀ ਸੈਲਫ ਰਿਸਪੈਕਟ ਉਹਨਾਂ ਵਾਸਤੇ ਸਭ ਤੋਂ ਵੱਧ ਮਾਇਨੇ ਹੋਣਗੇ। ਅੱਜ ਤੁਸੀਂ ਉਹ ਸਾਰੀ ਚੀਜ਼ਾਂ ਦਾ ਇੱਕ ਤਰ੍ਹਾਂ ਤੋਂ ਕਤਲ ਕਰਕੇ ਤੁਸੀਂ ਜਾ ਕੇ ਬੀਜੇਪੀ ਦਾ ਹੀ ਦਾਮਨ ਫੜ ਲਿਆ, ਜਿਹਦੇ ਨਾਲ ਤੁਹਾਡਾ ਪਰਿਵਾਰ ਲੜਦਾ ਰਿਹਾ। ਅੱਜ ਤਾਂ ਮਜਬੂਰ ਕਰਤਾ ਜਾਖੜ ਸਾਹਿਬ ਨੂੰ, ਉਹਨਾਂ ਨੇ ਜਾ ਕੇ ਦਾਮਨ ਫੜ ਲਿਆ। ਮਜਬੂਰ ਵੀ ਤਾਂ ਕਿਸੇ ਨੇ ਕੀਤਾ ਹੀ ਹੋਣਾ। ਦੇਖੋ ਲੰਕੇਸ਼ ਜੀ, ਤੁਸੀਂ ਜੋ ਮਰਜ਼ੀ ਇਸ ਚੀਜ਼ ਨੂੰ ਕਹਿ ਲਓ, ਤੁਸੀਂ ਇਹਨੂੰ ਮਰਜ਼ੀ ਜਸਟੀਫਾਈ ਕਰ ਲਓ। ਮੈਂ ਤਾਂ ਸਿਰਫ ਇੱਕ ਚੀਜ਼ ਮੰਨਦਾ ਵੀ ਜਾਖੜ ਸਾਹਿਬ ਕਮਜ਼ੋਰ ਪੈ ਗਏ। ਇਹ ਵਿਚਾਰ ਰੱਖਣੇ ਵੀ ਹਾਂ ਅੱਜ ਮਾੜੇ ਟਾਈਮ ਦੇ ਵਿੱਚ ਪਾਰਟੀ ਨੂੰ ਛੱਡ ਦਈਏ, ਵੀ ਉੱਥੇ ਦੂਜੇ ਪਾਸੇ ਸ਼ਾਇਦ ਐਮਐਲਏ ਬਣ ਜਾਈਏ, ਦੂਜੇ ਪਾਸੇ ਸ਼ਾਇਦ ਐਮਪੀ ਬਣ ਜਾਈਏ, ਇਹ ਸੋਚ ਵਿਚਾਰ ਨਹੀਂ ਆਉਂਦਾ। ਜਾਖੜ ਸਾਹਿਬ ਕਹਿੰਦੇ ਮੇਰੀ ਪਿੱਠ ਤੇ ਛੁਰੇ ਹੀ ਬੜੇ ਆ, ਮਾਰੇ ਹੀ ਬੜੇ, ਛੁਰੇ ਬੜੇ ਮਾਰਤੇ। ਉਹ ਵੀ ਤਾਂ ਆਪਦੀ ਥਾਂ ਤੇ ਜਸਟੀਫਾਈ ਕਰਦੇ ਆ ਚੀਜ਼ਾਂ ਨੂੰ ਕਿ ਨਹੀਂ ਕਰਦੇ। ਪੀਸੀਸੀ ਪ੍ਰਧਾਨ ਬਣਾਉਣਾ ਛੁਰਾ ਮਾਰਨਾ ਸੀ? ਇਹ ਤੁਹਾਡੀ ਕਮਜ਼ੋਰੀ ਆ। ਤੁਸੀਂ ਚੜ੍ਹਦੀ ਕਲਾ ਛੱਡ ਦਿਓ। ਅੱਜ ਪਾਰਟੀ ਦਾ ਮਾੜਾ ਟਾਈਮ ਆ। ਅੱਜ ਪਾਰਟੀ ਉਸ ਦੌਰ ਚੋਂ ਨਿਕਲ ਰਹੀ ਆ ਜਿੱਥੇ ਪਾਰਟੀ ਨੂੰ ਲੋਕਾਂ ਦੇ ਖੜਨ ਦੀ ਲੋੜ ਆ। ਪਾਰਟੀ ਨੇ ਜਿਨ੍ਹਾਂ ਨੂੰ ਮਾਨ ਸਤਿਕਾਰ ਦਿੱਤਾ, ਜਿਨ੍ਹਾਂ ਨੂੰ ਸਰਦਾਰੀਆਂ ਦਿੱਤੀਆਂ, ਜਿਨ੍ਹਾਂ ਨੂੰ ਰਾਜ ਭਾਗ ਦਿੱਤੇ, ਅੱਜ ਉਹਨਾਂ ਦਾ ਟਾਈਮ ਆ। ਤੁਸੀਂ ਜਾ ਕੇ ਮਿੱਟੀ ਨਾਲ ਮਿੱਟੀ ਹੋ। ਨਵਜੋਤ ਸਿੱਧੂ ਜ਼ਰੂਰ ਇੱਕ ਵੱਡਾ ਨਾਮ ਸੀ ਪਹਿਲਾਂ ਹੀ, ਲੇਕਿਨ ਪਾਰਟੀ ਨੇ ਉਹਨਾਂ ਨੂੰ ਮਾਨ ਸਤਿਕਾਰ ਦਿੱਤਾ, ਪੀਸੀਸੀ ਪ੍ਰਧਾਨ ਬਣਾਇਆ ਤੁਹਾਨੂੰ, ਔਰ ਸ਼ਾਇਦ 2022 ਚ ਮੁੱਖ ਮੰਤਰੀ ਵੀ ਬਣਾ ਸਕਦੇ ਸੀਗੇ। ਜਿਹੜਾ ਬੰਦਾ ਮਾੜੇ ਟਾਈਮ 'ਚ ਨਹੀਂ ਖੜਦਾ ਯਾਰ ਦੇ ਨਾਲ, ਆਪਾਂ ਉਹਨੂੰ ਕੀ ਕਹਿੰਦੇ ਆ? ਆਫ ਦਾ ਰਿਕਾਰਡ ਕਿਸੇ ਨਾਲ ਗੱਲ ਕਰ ਰਿਹਾ ਸੀ ਤੁਹਾਡੀ ਪਾਰਟੀ ਦੇ ਵੱਡੇ ਲੀਡਰ ਦੇ ਨਾਲ, ਉਹਨਾਂ ਦੀਆਂ ਅੱਖਾਂ 'ਚ ਮਤਲਬ ਗਲਾ ਭਰਿਆ ਹੋਇਆ ਸੀਗਾ ਫੋਟੋ ਦੇਖ ਕੇ ਜਾਖੜ ਸਾਹਿਬ ਦੀ। ਦਿਲ ਤੇ ਕੀ ਬੀਤ ਰਹੀ ਹੈ? ਅਖੀਰਲਾ ਹੀ ਸਵਾਲ ਹੈ ਮੇਰਾ। ਤਕਲੀਫ ਆ ਬਹੁਤ ਜ਼ਿਆਦਾ। ਸਿਆਣੇ ਕਹਿੰਦੇ ਆ ਕਿ ਜੁਦਾ ਹੋਇਆ ਤਾਂ ਹੋਵਾਂਗਾ ਖੁਸ਼ਬੂ ਵਾਂਗ ਤੈਥੋਂ, ਜੇ ਨਿਭੀ ਤਾਂ ਆਖਰੀ ਦਮ ਤੱਕ ਰੰਗਾਂ ਵਾਂਗ ਨਿਭਾਵਾਂਗਾ। ਰੰਗ ਫਿੱਕੇ ਪੈ ਗਏ ਜਾਖੜ ਸਾਹਿਬ ਦੇ ਗਲੇ ਦੇ ਵਿੱਚ, ਭਾਜਪਾ ਦਾ ਸਰੋਪਾ ਪੈ ਗਿਆ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਮੇਰੇ ਨਾਲ ਨੇ। ਤੁਸੀਂ ਵਿਰੋਧ ਕਰ ਰਹੇ ਸੀਗੇ ਉਦੋਂ ਲੁਧਿਆਣੇ ਨੱਡਾ ਸਾਹਿਬ ਦਾ ਪੂਰਾ ਰੌਲਾ ਪਾਇਆ ਉੱਥੇ ਨੱਡਾ ਸਾਹਿਬ ਹੱਥ ਫੜ ਕੇ ਜਾਖੜ ਸਾਹਿਬ ਨੂੰ ਲੈ ਗਏ। ਹਾਂ, ਤੁਹਾਨੂੰ ਤੰਜ ਕੱਸਣ ਨੂੰ ਟਾਈਮ ਮੌਕਾ ਮਿਲ ਗਿਆ। ਤੁਹਾਨੂੰ ਵਿਛੋੜਾ ਜਿਹੜਾ ਵਾ, ਤੁਹਾਨੂੰ ਇਹਦਾ ਮਤਲਬ ਉਹ ਕੀ ਕਹਿੰਦੇ ਐਕਸਪਲੇਨ ਕਰਨ ਦਾ ਇੱਕ ਬੜਾ ਤੁਹਾਡਾ ਵੱਖਰਾ ਅੰਦਾਜ਼ ਆ। ਤੁਸੀਂ ਕਰ ਹੀ ਦਿੱਤਾ ਵੀ ਹਾਂ ਵਿਛੋੜੇ ਪੈ ਗਏ, ਰੰਗ ਫਿੱਕੇ ਪੈ ਗਏ। ਸੋ ਹਾਂ, ਬਿਲਕੁਲ ਤੁਹਾਡੀ ਗੱਲ ਸਹੀ ਆ। ਅਸੀਂ ਨੱਡਾ ਸਾਹਿਬ ਦਾ ਵਿਰੋਧ ਕਰ ਰਹੇ ਹਾਂ, ਹੁਣ ਅਸੀਂ ਜਾਖੜ ਸਾਹਿਬ ਦਾ ਵੀ ਵਿਰੋਧ ਕਰਾਂਗੇ। ਚੱਲਦਾ ਤਾਂ ਮੁਹਿੰਮ ਤਾਂ ਕਾਫੀ ਟਾਈਮ ਦੀ ਚੱਲ ਰਹੀ ਸੀਗੀ। ਜਾਖੜ ਸਾਹਿਬ ਫੇਸਬੁੱਕ 'ਤੇ ਲਾਈਵ ਹੋਏ ਅਤੇ ਉਹਨਾਂ ਦੇ ਸਮਰਥਕਾਂ ਨੇ ਅਬੋਹਰ ਦੇ ਵਿੱਚ ਝੰਡੇ ਲਾਣੇ ਸ਼ੁਰੂ ਕਰਤੇ, ਘਰੇ ਪੈਕ ਕਰਕੇ ਫੋਲਡ ਕਰਕੇ ਝੰਡੇ ਰੱਖਣੇ ਸ਼ੁਰੂ ਕਰਤੇ ਕਾਂਗਰਸ ਦੇ। ਚੱਲਦਾ ਤਾਂ ਕਾਫੀ ਲੰਬੇ ਸਮੇਂ ਤੋਂ ਪਿਆ ਸੀ ਇਹ। ਤੁਸੀਂ ਵੀ ਅਬੋਹਰ ਤੋਂ, ਤੁਸੀਂ ਨੇੜੋਂ ਤੋਂ ਜਾਣਦੇ ਹੋ ਚੀਜ਼ਾਂ ਨੂੰ, ਤੁਹਾਨੂੰ ਵੱਧ ਇਸ ਚੀਜ਼ ਦੀ ਸਮਝ ਹੋ ਸਕਦੀ ਆ। ਜਾਖੜ ਸਾਹਿਬ ਦੀ ਰਾਜਨੀਤੀ ਮੇਰੇ ਤੋਂ ਵੱਧ ਤੁਸੀਂ ਵੇਖੀ ਹੋ ਸਕਦੀ ਆ। ਲੇਕਿਨ ਦੁੱਖ ਲੱਗਦਾ ਇਸ ਗੱਲ ਦਾ ਵੀ ਜਿਸ ਵਿਚਾਰਧਾਰਾ ਨਾਲ ਤੁਹਾਡਾ ਪਰਿਵਾਰ, ਤੁਹਾਡੇ ਬਾਪ ਦਾਦੇ ਲੜਦੇ ਰਹੇ ਹੋਣ, ਔਰ ਜਾਖੜ ਸਾਹਿਬ ਦੇ ਕੱਦ ਵਰਗਾ ਬੰਦਾ ਜਿਹਨੂੰ ਅਸੂਲਾਂ ਦੇ ਨਾਲ ਅਸੀਂ ਸਮਝਦੇ ਸੀ ਰਾਜਨੀਤੀ ਕਰਦੇ ਆ, ਅਸੀਂ ਸੋਚਦੇ ਸੀ ਵੀ ਸੈਲਫ ਰਿਸਪੈਕਟ ਉਹਨਾਂ ਵਾਸਤੇ ਸਭ ਤੋਂ ਵੱਧ ਮਾਇਨੇ ਹੋਣਗੇ। ਅੱਜ ਤੁਸੀਂ ਉਹ ਸਾਰੀ ਚੀਜ਼ਾਂ ਦਾ ਇੱਕ ਤਰ੍ਹਾਂ ਤੋਂ ਕਤਲ ਕਰਕੇ ਤੁਸੀਂ ਜਾ ਕੇ ਬੀਜੇਪੀ ਦਾ ਹੀ ਦਾਮਨ ਫੜ ਲਿਆ, ਜਿਹਦੇ ਨਾਲ ਤੁਹਾਡਾ ਪਰਿਵਾਰ ਲੜਦਾ ਰਿਹਾ, ਜਿਹਦੇ ਨਾਲ ਤੁਸੀਂ ਲੜਦੇ ਰਹੇ ਹੋ। ਅਤੇ ਫਿਰ ਕਾਂਗਰਸ ਵਾਲੀ ਲੜਾਈ ਤਾਂ ਬਹੁਤ ਛੋਟੀ ਸੀ, ਇਹ ਤਾਂ 6 ਮਹੀਨਿਆਂ ਦੀ ਲੜਾਈ ਸੀ। 6 ਮਹੀਨਿਆਂ ਤੋਂ ਲੜਾਈ ਪਈ ਸੀ, ਤਾਂ 50 ਸਾਲਾਂ ਤੋਂ ਲੜਦੇ ਰਹੇ ਹੋ ਤੁਸੀਂ ਉਸ ਵਿਚਾਰਧਾਰਾ ਨਾਲ। ਅੱਜ ਤਾਂ ਮਜਬੂਰ ਕਰਤਾ ਜਾਖੜ ਸਾਹਿਬ ਨੂੰ, ਉਹਨਾਂ ਨੇ ਜਾ ਕੇ ਦਾਮਨ ਫੜ ਲਿਆ। ਮਜਬੂਰ ਵੀ ਤਾਂ ਕਿਸੇ ਨੇ ਕੀਤਾ ਹੀ ਹੋਣਾ। ਐਂ ਤਾਂ ਉਹਨਾਂ ਦੀਆਂ ਤਾਂ ਮਜਬੂਰੀਆਂ ਚਲੋ ਸਮਝ ਆਉਂਦੀਆਂ, ਪਰ ਮਜਬੂਰ ਕਰਨ ਵਾਲਾ ਵੀ ਤਾਂ ਕੋਈ ਹੋਏਗਾ। ਜਾਖੜ ਸਾਹਿਬ ਨਾ, ਅਸੀਂ ਜਾਖੜ ਸਾਹਿਬ ਨੂੰ ਥੋੜ੍ਹਾ ਐਂ ਸਮਝਦੇ ਸੀ, ਜਾਖੜ ਸਾਹਿਬ ਇੱਕ ਮਰਦ ਆਦਮੀ ਆ ਔਰ ਕਮਜ਼ੋਰ ਪੈ ਗਏ ਜਾਖੜ ਸਾਹਿਬ। ਮਜਬੂਰ ਤਾਂ ਬਹੁਤ ਕੁਛ ਕਰਦੇ ਹੁੰਦੇ ਆ। ਮੇਰੇ ਵਰਗੇ ਜਿਹੜੇ ਫਸਟ ਜਨਰੇਸ਼ਨ ਪੋਲੀਟੀਸ਼ੀਅਨ ਆ, ਅਸੀਂ ਮਜਬੂਰ ਹੋ ਜਾਈਏ, ਅਸੀਂ ਹੌਲੇ ਪੈ ਜਾਈਏ, ਅਸੀਂ ਕਿਉਂਕਿ ਕੋਈ ਸਿਆਸਤ ਦੇ ਉਸ ਤਰੀਕੇ ਨਾਲ ਅਸੀਂ ਨਹੀਂ ਗਿੱਝੇ ਹੋਏ। ਤੁਸੀਂ ਤਾਂ ਇੱਕ ਸਿਆਸਤ ਪਰਿਵਾਰ 'ਚੋਂ ਆਉਂਦੇ ਸੀ, ਤੁਸੀਂ ਤਾਂ ਬਹੁਤ ਉਤਾਰ ਚੜਾਵ, ਨੀਚ, ਉੱਪਰ ਨੀਚੇ ਵੇਖਿਆ ਸੀਗਾ। ਇਹ ਮਜਬੂਰ ਕਰਨਾ, ਜਾਂ ਤੁਸੀਂ ਇਹ ਕਹਿ ਲਓ ਵੀ ਜਦੋਂ ਪਾਰਟੀ ਪ੍ਰਧਾਨ ਬਣੇ ਸੀ, ਲੋਕ ਸਭਾ MP ਬਣੇ ਸੀ, ਉਸ ਤੋਂ ਪਹਿਲਾਂ ਤੁਸੀਂ ਲੀਡਰ ਆਫ ਆਪੋਜੀਸ਼ਨ ਸੀ, ਔਰ ਉਸ ਤੋਂ ਪਹਿਲਾਂ ਮੇਰੇ ਵਰਗਿਆਂ ਨੂੰ ਟਿਕਟਾਂ ਦਿੱਤੀਆਂ, ਤੁਸੀਂ ਸਾਡੇ ਵਰਗੇ ਬੰਦਿਆਂ ਨੂੰ ਤੁਸੀਂ ਅਹੁਦੇ ਦਿੱਤੇ, ਮਾਨ ਸਨਮਾਨ ਦਿੱਤਾ। ਉਦੋਂ ਮਜਬੂਰੀਆਂ, ਉਦੋਂ ਇਹ ਸਭ ਕਮਜ਼ੋਰੀਆਂ ਉਦੋਂ ਕਿੱਥੇ ਗਈਆਂ? ਦੇਖੋ ਲੰਕੇਸ਼ ਜੀ, ਤੁਸੀਂ ਜੋ ਮਰਜ਼ੀ ਇਸ ਚੀਜ਼ ਨੂੰ ਕਹਿ ਲਓ, ਤੁਸੀਂ ਇਹਨੂੰ ਮਰਜ਼ੀ ਜਸਟੀਫਾਈ ਕਰ ਲਓ। ਮੈਂ ਤਾਂ ਸਿਰਫ ਇੱਕ ਚੀਜ਼ ਮੰਨਦਾ ਵੀ ਜਾਖੜ ਸਾਹਿਬ ਕਮਜ਼ੋਰ ਪੈ ਗਏ।
ਜਾਖੜ ਸਾਹਿਬ 50 ਸਾਲਾਂ ਦੀ ਰਾਜਨੀਤੀ ਨੂੰ ਅਲਵਿਦਾ ਕਹਿ ਗਏ। ਦਿਲ ਦਿਨ ਦਿਲ ਦੀ ਗੱਲ ਕਹਿ ਰਹੇ ਸੀ ਨਾ, ਦਿਲ ਦੀ ਗੱਲ ਮਨ ਕੀ ਬਾਤ ਹੋ ਗਈ। ਇਹ ਚੀਜ਼ ਦਾ ਇੰਨਾ ਹੀ ਤੁਸੀਂ ਮਾਇਨੇ ਸਮਝਦੇ। ਤੁਸੀਂ ਤੁਹਾਡੀ ਅਕਸਰ ਇੰਟਰਵਿਊਜ਼ ਦੇ ਵਿੱਚ ਤੁਸੀਂ ਜ਼ਿਕਰ ਕਰਦੇ ਰਹੇ ਹੋ ਜਾਖੜ ਸਾਹਿਬ ਦੀ ਸਿਆਸਤ ਦਾ। ਤੁਸੀਂ ਇਹ ਵੀ ਕਹਿੰਦੇ ਰਹੇ ਹੋ ਕਿ ਅਸੀਂ ਜਾਖੜ ਸਾਹਿਬ ਦੇ ਦਿੱਤੇ ਹੋਏ ਕਦਮਾਂ 'ਤੇ ਅਸੀਂ ਤੁਰੇ ਵੀ ਹਾਂ, ਅਤੇ ਕਿਤੇ ਮੈਨੂੰ ਡਰ ਜਿਹਾ ਲੱਗਦਾ ਕਿਤੇ ਜਾਂਦੇ ਤਾਂ ਨਹੀਂ, ਕਿਤੇ ਤੁਹਾਡੇ ਤਾਂ ਨਹੀਂ ਸਰੋਪਾ ਨਹੀਂ ਰਹੇਗਾ ਭਾਜਪਾ ਦਾ ਛੇਤੀ ਕਿਤੇ? ਜਾਂਦੇ ਪਏ ਲੀਡਰ ਤਾਂ ਜਾਂਦੇ ਹੀ ਪਏ ਆ, ਜਾਖੜ ਸਾਹਿਬ ਚਲ ਗਏ। ਜਾਖੜ ਸਾਹਿਬ ਤਾਂ ਹੀ ਦੁੱਖ ਵੀ ਜ਼ਿਆਦਾ ਲੱਗਦਾ ਵੀ ਜਾਖੜ ਸਾਹਿਬ ਨੂੰ ਮੰਨਦੇ ਸੀ, ਜਾਖੜ ਸਾਹਿਬ ਨੂੰ ਫੋਲੋ ਕਰਦੇ ਸੀ, ਉਹਨਾਂ ਦੇ ਸਮਰਥਕ ਸੀ। ਅਸੀਂ ਵੀ ਚਾਹੁੰਦੇ ਸੀ ਉਹ ਮੁੱਖ ਮੰਤਰੀ ਬਣਨ ਪੰਜਾਬ ਦੇ। ਅਸੀਂ ਮਹਿਸੂਸ ਕਰਦੇ ਸੀ ਵੀ ਉਹ ਬਣਨਾ ਚਾਹੀਦਾ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਦਾ। ਲੇਕਿਨ ਆ ਤੁਸੀਂ ਜਿਹੜਾ ਸਵਾਲ ਪੁੱਛ ਰਹੇ ਹੋ, ਸਾਡੇ ਵਰਗੇ ਮਤਲਬ ਤੁਸੀਂ ਕਹਿ ਲਓ ਵੀ ਜਿੰਨੀ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਵੀ ਆ, ਉਹਦਾ ਵੀ ਮਿਲਿਆ ਪਾਰਟੀ ਵੱਲੋਂ, ਪਾਰਟੀ ਨੇ ਇਲੈਕਸ਼ਨ ਵੀ ਲੜਾਇਆ, ਲੇਕਿਨ ਆਹ ਭਾਵਨਾ ਅੱਜ ਤੱਕ ਕਦੀ ਆਈ ਨਹੀਂ। ਬੜੇ ਲੀਡਰ ਨੇ ਠੋਕਿਆ ਵੀ ਪਿਛਲੇ 5 ਸਾਲਾਂ ਦੇ ਵਿੱਚ ਜੋ ਕੁਝ ਰਿਹਾ। ਕੋਈ ਪਾਰਟੀ ਨੇ ਠੀਕ ਆ ਮਾਨ ਸਨਮਾਨ ਵੀ ਦਿੱਤਾ, ਲੜਨਾ ਵੀ ਪਿਆ ਪਾਰਟੀ ਵਿੱਚ। ਕਈ ਵਾਰ ਤੁਹਾਡੇ ਵਰਗੇ ਵੀਰ ਭਰਾਵਾਂ ਨੇ ਵੀ ਵਧਾ ਚੜਾ ਕੇ ਬਹੁਤ ਕੁਝ ਵਿਖਾਇਆ, ਪਰ ਇਹ ਵਿਚਾਰ ਰੱਖਣੇ ਵੀ ਹਾਂ ਅੱਜ ਮਾੜੇ ਟਾਈਮ ਦੇ ਵਿੱਚ ਪਾਰਟੀ ਨੂੰ ਛੱਡ ਦਈਏ ਵੀ ਉੱਥੇ ਦੂਜੇ ਪਾਸੇ ਸ਼ਾਇਦ MLA ਬਣ ਜਾਈਏ, ਦੂਜੇ ਪਾਸੇ ਸ਼ਾਇਦ MP ਬਣ ਜਾਈਏ, ਇਹ ਸੋਚ ਵਿਚਾਰ ਨਹੀਂ ਆਉਂਦਾ। ਇਹ ਮੈਂ ਨਹੀਂ ਇਹ ਗੱਲ ਕਹਿੰਦਾ ਵੀ ਕੱਲ੍ਹ ਨੂੰ ਕਿਸੇ ਦੀ ਮਜਬੂਰੀਆਂ ਬਣ ਜਾਂਦੀਆਂ, ਕੱਲ੍ਹ ਨੂੰ ਉਹਨਾਂ ਦੀਆਂ ਮਜਬੂਰੀਆਂ ਬਣ ਗਈਆਂ। ਮੈਂ ਰੱਬ ਤੋਂ ਇਹ ਅਰਦਾਸ ਹੀ ਕਰਦਾ ਮੇਰੀਆਂ ਇਹੋ ਜਿਹੀ ਮਜਬੂਰੀਆਂ ਨੇ ਬਣਾਈ, ਮੇਰੀ ਇਹੋ ਜਿਹੀ ਸੋਚ ਕਮਜ਼ੋਰ ਨਾ ਕਰੀ ਵੀ ਮੈਂ ਅਹੁਦਿਆਂ ਕਰਕੇ ਜਿਨ੍ਹਾਂ ਦੇ ਵਿਰੋਧ ਮੈਂ ਲੜਦਾ ਰਿਹਾ ਵਾਂ, ਜਿਸ ਪਾਰਟੀ ਨੇ ਮੈਨੂੰ ਸਭ ਕੁਝ ਦਿੱਤਾ, ਮੈਂ ਇਸ ਪਾਰਟੀ ਨੂੰ ਇਸ ਮਾੜੇ ਟਾਈਮ ਛੱਡ ਕੇ ਜਾਵਾਂ। ਔਰ ਖਾਸ ਤੌਰ 'ਤੇ ਇਸ ਟਾਈਮ ਦੇ ਵਿੱਚ ਲੰਕੇਸ਼ ਜੀ ਚੰਗਾ ਮਾੜਾ ਟਾਈਮ ਆਉਂਦਾ ਰਹਿੰਦਾ, ਬੰਦਿਆਂ 'ਤੇ ਵੀ ਆਉਂਦਾ, ਸੂਬਿਆਂ 'ਤੇ ਵੀ ਆਉਂਦਾ ਔਰ ਪਾਰਟੀਆਂ 'ਤੇ ਵੀ ਆਉਂਦਾ। ਇਸ ਮਾੜੇ ਟਾਈਮ ਦੇ ਵਿੱਚ ਤੁਸੀਂ ਛੱਡ ਕੇ ਜਾਣਾ ਇਹ ਤੁਹਾਡੀ ਕਮਜ਼ੋਰੀ ਆ। ਤੁਸੀਂ ਚੜ੍ਹਦੀ ਕਲਾ ਛੱਡ ਦਿਓ। ਅੱਜ ਪਾਰਟੀ ਦਾ ਮਾੜਾ ਟਾਈਮ ਆ, ਅੱਜ ਪਾਰਟੀ ਉਸ ਦੌਰ 'ਚੋਂ ਨਿਕਲ ਰਹੀ ਆ ਜਿੱਥੇ ਪਾਰਟੀ ਨੂੰ ਲੋਕਾਂ ਦੇ ਖੜਨ ਦੀ ਲੋੜ ਆ। ਪਾਰਟੀ ਨੇ ਜਿਨ੍ਹਾਂ ਨੂੰ ਮਾਨ ਸਤਿਕਾਰ ਦਿੱਤਾ, ਜਿਨ੍ਹਾਂ ਨੂੰ ਸਰਦਾਰੀਆਂ ਦਿੱਤੀਆਂ, ਜਿਨ੍ਹਾਂ ਨੂੰ ਰਾਜ ਭਾਗ ਦਿੱਤੇ, ਅੱਜ ਉਹਨਾਂ ਦਾ ਟਾਈਮ ਆ। ਤੁਸੀਂ ਜਾ ਕੇ ਮਿੱਟੀ ਨਾਲ ਮਿੱਟੀ ਹੋ। ਉਹ ਲੋਕਾਂ ਦਾ ਟਾਈਮ ਆ ਜਿਨ੍ਹਾਂ ਨੂੰ ਪਾਰਟੀ ਨੇ ਅੱਜ ਲੀਡਰ ਬਣਾਇਆ, ਐਡਾ ਵੱਡੇ ਵੱਡੇ ਕੱਦ ਦਿੱਤੇ। ਅੱਜ ਉਹ ਵਾਪਸ ਆ ਕੇ ਇਸ ਪਾਰਟੀ ਨੂੰ ਦੁਬਾਰਾ ਇਸ ਮਾੜੇ ਟਾਈਮ 'ਚੋਂ ਕੱਢਣ ਔਰ ਲੋਕਾਂ ਦੇ ਵਿੱਚ ਜਾ ਕੇ ਇਸ ਪਾਰਟੀ ਦਾ ਵਿਸ਼ਵਾਸ ਜਗਾਉਣ। ਜਦੋਂ ਤਾਂ ਪਾਰਟੀ ਸਰਕਾਰਾਂ ਬਣਾ ਰਹੀ ਸੀ ਕਾਂਗਰਸ ਪਾਰਟੀ, ਉਦੋਂ ਤਾਂ ਸਾਰੇ ਰਾਜ ਭਾਗ ਮੰਤਰੀ ਸਭ ਕੁਝ ਲੈਣ ਆ ਜਾਂਦੇ ਆ। ਅੱਜ ਜਦੋਂ ਥੋੜ੍ਹਾ ਜਿਹਾ ਢਹਿੰਦੀ ਕਲਾ ਆਈ, ਥੋੜ੍ਹੀ ਕਾਹਨੂੰ ਮਤਲਬ ਨੁਕਸਾਨ ਵਾਲਾ ਟਾਈਮ ਆਇਆ, ਅਤੇ ਅੱਜ ਆਪਣੇ ਨਿੱਜੀ ਫਾਇਦਿਆਂ ਲਈ ਤੁਸੀਂ ਸਭ ਕੁਝ ਛੱਡ ਕੇ ਚਲੇ ਗਏ। ਫਿਰ ਪਾਰਟੀ ਨੂੰ ਕਹਿਣਾ ਵੀ ਪਾਰਟੀ ਸਾਡੀ ਮਾਂ ਵਾ, ਪਾਰਟੀ ਸਾਡੇ ਵਾਸਤੇ ਸਭ ਕੁਝ ਆ, ਪਾਰਟੀ ਪ੍ਰਮੁੱਖ ਆ, ਉਹ ਸਭ ਖੋਖਲੀਆਂ ਹੋ ਗਈਆਂ ਨਾ ਗੱਲਾਂ। ਫਿਰ ਤਾਂ ਪੋਲੀਟਿਕਸ ਆਫ ਓਪਰਚੁਨਿਟਿਜ਼ਮ ਰਹਿ ਗਈ, ਪੋਲੀਟਿਕਸ ਆਫ ਕਨਵੀਨੀਅੰਸ ਹੋ ਗਈ। ਮਾੜਾ ਟਾਈਮ ਤਾਂ ਹੈਗਾ, ਗਰਦਸ਼ਾਂ ਦੇ ਬੱਦਲ ਹੈਗੇ। ਉਹ ਸਿੱਧੂ ਸਾਹਿਬ ਦੇ ਖਿਲਾਫ ਵੀ ਆ ਗਿਆ ਫੈਸਲਾ, 1 ਸਾਲ ਦੀ ਕਹਿੰਦੇ ਇੰਪ੍ਰਿਜ਼ਨਮੈਂਟ ਹੋ ਗਈ ਉਹਨਾਂ ਨੂੰ। ਉਹ ਤਾਂ ਹਲਕਾ ਲਾਂਬਾ ਜੀ ਹੋਰਾਂ ਦੇ ਵੱਲ ਜਾ ਰਹੇ ਸੀਗੇ ਉਦਣ ਰੋਪੜ ਥਾਣੇ। ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਹੁਣ ਤੁਹਾਡੀ ਪਾਰਟੀ ਦਾ ਭਵਿੱਖ ਜਿਹੜੇ ਬੁਲੰਦ ਆਵਾਜ਼ ਦੇ ਲਈ ਲੀਡਰ ਮੰਨੇ ਜਾਂਦੇ ਹੈਗੇ, ਜਿਵੇਂ ਨਵਜੋਤ ਸਿੰਘ ਸਿੱਧੂ ਆਪਣੇ ਬੋਲਣ ਦੇ ਸਟਾਈਲ ਕਰਕੇ, ਆਪਣੀਆਂ ਚੀਜ਼ਾਂ ਨੂੰ ਰੱਖਣ ਦੇ ਕਰਕੇ, ਆਪਣੀ ਪਾਲਿਸੀਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਕਰਕੇ ਮੰਨੇ ਜਾਂਦੇ ਆ, ਉਹਨਾਂ ਉੱਤੇ ਵੀ ਹੁਣ ਇਹੋ ਜਿਹਾ ਟਾਈਮ ਆ ਗਿਆ ਤਾਂ ਜਾਖੜ ਸਾਹਿਬ ਚੱਲ ਗਏ, ਹੈ ਨਾ। ਔਰ ਤਮਾਮ ਤਰੀਕੇ ਦੇ ਨਾਲ ਹਾਲੇ ਵੀ ਕਾਂਗਰਸ ਦੇ ਅੰਦਰੂਨੀ ਜਿਹੜੇ ਮਾਮਲਾਤ ਹੈਗੇ ਨੇ, ਲੱਗਦਾ ਕਿ ਜਿਹੜੇ ਵਿਗੜਦੇ ਪਏ ਆ। ਲੇਕਿਨ ਹਾਂ ਠੀਕ ਹੈ, ਹੁਣ ਨਵੀਂ ਲੀਡਰਸ਼ਿਪ ਆਈ ਹੈ, ਕੀ ਪਤਾ ਕਿਤੇ ਨਾ ਕਿਤੇ ਕੋਈ ਰੱਸਾ ਜਿਹੜਾ ਹੈਗਾ ਖਿੱਚਿਆ ਜਾਵੇ। ਬੁਲੰਦ ਆਵਾਜ਼ਾਂ ਦੇ ਤਾਂ ਲੈਣੇ ਦੇ ਦੇਣੇ ਪੈ ਗਏ। ਇਹ ਬੁਲੰਦ ਆਵਾਜ਼ਾਂ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ ਵੀ ਇਹ ਬੁਲੰਦ ਆਵਾਜ਼ਾਂ ਜਦੋਂ ਆਪਣਿਆਂ ਦੇ ਖਿਲਾਫ, ਆਪਣਿਆਂ ਦੇ ਉਲਟੀ ਚੱਲ ਪੈਣ, ਅਤੇ ਫਿਰ ਬੁਲੰਦੀਆਂ ਤਾਂ ਥਾਂ ਦੇ ਉੱਤੇ ਢਹਿੰਦੀ ਕਲਾ ਹੋ ਹੀ ਜਾਂਦੀ ਆ ਨਾ। ਸੋ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਵੀ ਹਾਂ ਪਾਰਟੀ ਦੇ ਵਿੱਚ ਮਾੜਾ ਟਾਈਮ ਬਿਲਕੁਲ ਹੈ। ਉਤਾਰ ਚੜਾਵ ਤੁਹਾਡੀ ਜ਼ਿੰਦਗੀ 'ਚ ਵੀ ਆਉਂਦਾ ਰਹਿੰਦਾ, ਮੇਰੀ ਜ਼ਿੰਦਗੀ 'ਚ ਵੀ ਆਉਂਦਾ। ਉਦੋਂ ਹੀ ਪਤਾ ਚੱਲਦਾ ਨਾ ਕੌਣ ਖੜਨ ਵਾਲੇ ਆ ਅਤੇ ਕੌਣ ਭੱਜਣ ਵਾਲੇ ਆ। ਪਾਰਟੀ ਦੇ ਪਰਸਪੈਕਟਿਵ ਤੋਂ ਮੈਂ ਜਾਣਨਾ ਚਾਹੁੰਦਾ ਤੁਹਾਡਾ ਨਜ਼ਰੀਆ, ਪਾਰਟੀ ਦੇ ਨਜ਼ਰੀਏ ਤੋਂ, ਕਿ ਸਿੱਧੂ ਸਾਹਿਬ ਦੇ ਨਾਲ ਜੋ ਹੁਣ ਹੋਇਆ, ਹੁਣ ਅੱਗੇ ਕੀ ਹੋਏਗਾ ਉਹ ਵੀ ਪਤਾ ਹੈਗਾ। ਪਾਰਟੀ ਨੂੰ ਨੁਕਸਾਨ ਹੋਏਗਾ, ਇਸ ਚੀਜ਼ ਦਾ ਫਾਇਦਾ ਹੋਏਗਾ, ਕੀ ਹੋਏਗਾ? ਦੇਖੋ ਪਾਰਟੀ ਨੇ ਹੀ ਲੀਡਰ ਬਣਾਏ ਨਾ। ਨਵਜੋਤ ਸਿੱਧੂ ਜ਼ਰੂਰ ਇੱਕ ਵੱਡਾ ਨਾਮ ਸੀ ਪਹਿਲਾਂ ਹੀ, ਲੇਕਿਨ ਪਾਰਟੀ ਨੇ ਉਹਨਾਂ ਨੂੰ ਮਾਨ ਸਤਿਕਾਰ ਦਿੱਤਾ, PCC ਪ੍ਰਧਾਨ ਬਣਾਇਆ ਤੁਹਾਨੂੰ, ਔਰ ਸ਼ਾਇਦ 2022 'ਚ ਮੁੱਖ ਮੰਤਰੀ ਵੀ ਬਣਾ ਸਕਦੇ ਸੀਗੇ, ਜੋ ਪਹਿਲੋਂ ਪਾਰਟੀ ਦੇ ਵਿੱਚ ਸਾਰਾ ਸਿਸਟਮ ਚੱਲ ਰਿਹਾ ਸੀਗਾ। ਸੋ ਪਾਰਟੀਆਂ ਨੇ ਤੁਹਾਨੂੰ ਲੀਡਰ ਬਣਾਇਆ ਨਾ। ਜਾਖੜ ਸਾਹਿਬ ਤਾਂ ਚਲੋ ਇਹ ਵੀ ਨਹੀਂ ਕਹਿ ਸਕਦੇ ਤੁਸੀਂ ਵੀ ਮਾਸ ਲੀਡਰ ਸੀਗੇ, ਵੀ ਜਾਖੜ ਸਾਹਿਬ ਨੂੰ ਆ ਕੇ ਜਾਖੜ ਸਾਹਿਬ ਨੇ ਪਾਰਟੀ ਨੂੰ ਬੜਾ ਕੁਛ ਮਤਲਬ ਵੀ ਦੇ ਦਿੱਤਾ। ਤੁਸੀਂ ਪਾਰਟੀ ਨੇ ਤੁਹਾਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ, ਪਾਰਟੀ ਨੇ ਤੁਹਾਨੂੰ ਮਾਨ ਸਤਿਕਾਰ ਦਿੱਤਾ, ਪਾਰਟੀ ਨੇ ਤੁਹਾਨੂੰ ਅਹੁਦੇ ਦਿੱਤੇ। ਅੱਜ ਅਗਰ ਰਾਜਾ ਵੜਿੰਗ ਜੀ PCC ਪ੍ਰਧਾਨ ਆ, ਅਤੇ ਅੱਜ ਉਹ ਪਾਰਟੀ ਕਰਕੇ ਆ ਨਾ, ਪਾਰਟੀ ਨੇ ਉਹਨਾਂ ਨੂੰ ਅਹੁਦਾ ਦਿੱਤਾ ਜਿਹਦੇ ਕਰਕੇ ਸਾਨੂੰ ਪਲੇਟਫਾਰਮ ਮਿਲਿਆ। ਮੇਰੇ ਵਰਗੇ ਇੱਕ ਨੌਜਵਾਨ ਮੁੰਡਾ ਯੂਨੀਵਰਸਿਟੀ ਦੇ ਵਿੱਚ ਰਾਜਨੀਤੀ ਕਰਦਾ ਸੀ, ਜਿੱਥੇ ਮਤਲਬ ਬਹੁਤ ਹੋਰ ਹਜ਼ਾਰਾਂ ਨੌਜਵਾਨਾਂ ਨੇ ਰਾਜਨੀਤੀ ਕੀਤੀ, ਲੇਕਿਨ ਇਸ ਪਾਰਟੀ ਨੇ ਸਾਨੂੰ ਪਲੇਟਫਾਰਮ ਦਿੱਤੇ।
ਇਸ ਪਾਰਟੀ ਨੇ ਸਾਨੂੰ ਤੁਹਾਡੇ ਵਰਗਿਆਂ ਨਾਲ ਗੱਲ ਕਰਨ ਦਾ ਮੌਕਾ ਦਿੱਤਾ, ਪੰਜਾਬ ਦੇ ਪਲੇਟਫਾਰਮ ਦੇ ਉੱਤੇ ਬੋਲਣ ਦਾ ਮੌਕਾ ਦਿੱਤਾ, ਪੰਜਾਬ ਦੇ ਮੁੱਦੇ ਚੱਕਣ ਦਾ ਮੌਕਾ ਦਿੱਤਾ। ਔਰ ਅੱਜ ਇਸ ਪਲੇਟਫਾਰਮ ਨੂੰ ਬਾਅਦ 'ਚ ਅਸੀਂ ਇਸੇ ਪਲੇਟਫਾਰਮ ਨੂੰ ਖਾ ਜਾਈਏ ਜਦੋਂ ਅਸੀਂ ਥੋੜ੍ਹੇ ਜਿਹੇ ਐਸਟੈਬਲਿਸ਼ ਹੋਣੇ ਸ਼ੁਰੂ ਹੋਈਏ, ਜਦੋਂ ਸਾਡਾ ਥੋੜ੍ਹਾ ਕੱਦ ਬਣਨਾ ਸ਼ੁਰੂ ਹੋਵੇ, ਜਾਂ ਜਿਨ੍ਹਾਂ ਦੇ ਕੱਦ ਬਣ ਗਏ, ਭਾਵੇਂ ਉਹ ਸਾਬਕਾ ਮੁੱਖ ਮੰਤਰੀ ਸੀ, ਭਾਵੇਂ ਉਹ ਸਾਬਕਾ ਲੋਕ ਸੀਗੇ ਜਿਨ੍ਹਾਂ ਨੂੰ ਪਾਰਟੀਆਂ ਨੇ ਮੌਕੇ ਦੇ ਕੇ ਉਸ ਅਹੁਦਿਆਂ 'ਤੇ ਪਹੁੰਚਾਇਆ। ਔਰ ਕੱਲ੍ਹ ਨੂੰ ਉਹੀ ਲੋਕ ਜਦੋਂ ਪਾਰਟੀ ਦਾ ਇਹੋ ਜਿਹਾ ਟਾਈਮ ਆਵੇ ਤੇ ਫਿਰ ਤਾਂ ਆਪਾਂ ਜਿਹੜਾ ਬੰਦਾ ਮਾੜੇ ਟਾਈਮ 'ਚ ਨਹੀਂ ਖੜਦਾ ਯਾਰ ਦੇ ਨਾਲ, ਆਪਾਂ ਉਹਨੂੰ ਕੀ ਕਹਿੰਦੇ ਆ? ਚੰਗੇ ਟਾਈਮ ਦੇ ਵਿੱਚ ਤਾਂ ਸਾਰੇ ਹੀ ਖੜਦੇ ਆ, ਚੜ੍ਹਦੀ ਕਲਾ 'ਚ ਤਾਂ ਸਾਰੇ ਹੀ ਖੜਦੇ ਆ। ਅੱਜ ਇਸ ਟਾਈਮ ਦੇ ਵਿੱਚ ਕੌਣ ਖੜਦਾ ਵਾ, ਉੱਥੋਂ ਹੀ ਬੰਦਿਆਂ ਦੇ ਕਿਰਦਾਰਾਂ ਦਾ ਪਤਾ ਚੱਲਦਾ ਨਾ, ਉੱਥੋਂ ਹੀ ਬੰਦਿਆਂ ਦਾ ਪਤਾ ਚੱਲਦਾ, ਉੱਥੋਂ ਹੀ ਪਾਰਟੀਆਂ ਦਾ ਪਤਾ ਚੱਲਦਾ। ਅੱਜ ਬੀਜੇਪੀ ਦਾ ਚੜ੍ਹਦੀ ਕਲਾ ਦਾ ਟਾਈਮ ਆ। ਅੱਜ ਜਾਖੜ ਸਾਹਿਬ ਕਹਿੰਦੇ ਕਿ ਮਾੜਾ ਟਾਈਮ ਤਾਂ ਤੁਸੀਂ ਕਹਿੰਦੇ ਮਾੜਾ ਟਾਈਮ ਹੈਗਾ ਪਾਰਟੀ ਦਾ। ਜਾਖੜ ਸਾਹਿਬ ਕਹਿੰਦੇ ਮੇਰੀ ਪਿੱਠ ਤੇ ਛੁਰੇ ਹੀ ਬੜੇ ਆ, ਮਾਰੇ ਹੀ ਬੜੇ, ਛੁਰੇ ਬੜੇ ਮਾਰਤੇ। ਉਹ ਵੀ ਤਾਂ ਆਪਦੀ ਥਾਂ ਤੇ ਜਸਟੀਫਾਈ ਕਰਦੇ ਆ ਚੀਜ਼ਾਂ ਨੂੰ ਕਿ ਨਹੀਂ ਕਰਦੇ? ਪੀਸੀਸੀ ਪ੍ਰਧਾਨ ਬਣਾਉਣਾ ਛੁਰਾ ਮਾਰਨਾ ਸੀ, ਲੋਕ ਸਭਾ ਦਾ ਐਮਪੀ ਦੀ ਟਿਕਟ ਦੇਣਾ ਬਾਈ ਇਲੈਕਸ਼ਨ ਦੇ ਵਿੱਚ ਛੁਰਾ ਮਾਰਨਾ ਸੀ। ਛੁਰੇ ਮਾਰੇ ਆ। ਮੈਂ ਤਾਂ ਆਪ ਕਹਿੰਦਾ ਵੀ ਜਦੋਂ ਉਹਨਾਂ ਨੂੰ ਹਟਾਇਆ ਗਿਆ ਪੀਸੀਸੀ ਪ੍ਰਧਾਨ ਤੋਂ, ਗਲਤ ਹੋਇਆ। ਸੀਐਲਪੀ ਤੋਂ ਹਟਾਇਆ ਗਿਆ, ਗਲਤ ਹੋਇਆ। ਲੇਕਿਨ ਫਿਰ ਆਪਾਂ ਲੜਨਾ ਕਿਉਂ ਛੱਡਤਾ? ਆਪਾਂ ਪੋਲਿਟਿਕਸ ਆਫ ਕਨਵੀਨੀਅੰਸ ਕਰ ਗਏ ਨਾ। ਸ਼ਾਇਦ ਆਪਾਂ ਇਸ ਉਮਰ ਦੇ ਵਿੱਚ ਆ ਕੇ ਲੜਨਾ ਛੱਡ ਦਿੱਤਾ। ਸਾਰੀ ਉਮਰ ਤੁਸੀਂ ਲੜਦੇ ਰਹੇ ਹੋਗੇ। ਤੁਸੀਂ ਬੰਦਾ ਨੌਜਵਾਨੀ ਤੋਂ ਜਦੋਂ ਤੋਂ ਚੱਲਦਾ ਵਾ, ਸਿਸਟਮ ਨਾਲ ਲੜਦਾ ਵਾ, ਪਾਰਟੀ ਦੇ ਵਿੱਚ ਲੜਦਾ ਵਾ, ਤੁਸੀਂ ਲੜਨਾ ਛੱਡ ਕੇ ਔਰ ਉਹਨਾਂ ਨਾਲ ਜਾ ਕੇ ਤੁਸੀਂ ਹੱਥ ਮਿਲਾ ਲਿਆ ਬੀਜੇਪੀ ਨਾਲ। ਇਹ ਜਸਟੀਫਾਈਡ ਆ? ਤੁਸੀਂ ਲੜਦੇ, ਤੁਸੀਂ ਖੜਦੇ, ਤੁਸੀਂ ਇੱਕ ਵਿਚਾਰਧਾਰਾ ਦੇ ਉਲਟ। ਆਪਾਂ ਕਦੋਂ ਕਦੇ ਸਾਰੀ ਉਮਰ ਅਸੀਂ ਲੜਦੇ ਰਹੀਦਾ। ਇੱਕ ਚੀਜ਼ ਦੱਸੋ, ਜਦੋਂ ਭਾਜਪਾ ਤੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਚਾਹੁੰਦੇ ਆ ਉਦੋਂ ਆਈਡੀਓਲੋਜੀ ਦਾ ਰੌਲਾ ਨਹੀਂ ਪੈਂਦਾ? ਜਾਖੜ ਸਾਹਿਬ ਉੱਧਰ ਚੱਲ ਗਏ ਤੇ ਆਈਡੀਓਲੋਜੀ ਦੀ ਵਿਚਾਰਧਾਰਾ ਦੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਕਹਿ ਰਹੇ ਹੋ, ਮੈਂ ਤੁਹਾਨੂੰ ਕਦੋਂ ਕਿਹਾ ਵੀ ਵਿਚਾਰਧਾਰਾ ਦੀ ਗੱਲ ਹੋ ਰਹੀ? ਵਿਚਾਰਧਾਰਾ ਦੀ ਗੱਲ ਹੋਈ। ਮੈਨੂੰ ਲੱਗਦਾ ਵੀ ਕਾਂਗਰਸ ਪਾਰਟੀ ਦੀ ਇੱਕ ਵਿਚਾਰਧਾਰਾ ਵਾ। ਜਾਖੜ ਸਾਹਿਬ ਫਿਰ ਇਹ ਮੰਨਣ ਵੀ ਜਿਹੜੀ ਉਹ ਸੰਪਰਦਾਇਕ ਕੀ ਬੀਜੇਪੀ ਸੈਕੂਲਰ ਆ? ਮੈਂ ਕਹਿੰਦਾ ਤੁਸੀਂ ਸਾਰਿਆਂ ਤੋਂ ਪੁੱਛ ਲਓ। ਜਾਖੜ ਸਾਹਿਬ ਤਾਂ ਸੈਕੂਲਰਿਜ਼ਮ ਦੀ ਗੱਲ ਕਰ ਰਹੇ ਆ। ਪੰਜਾਬ ਤਾਂ ਸੈਕੂਲਰ ਹੈ। ਹਾਂ, ਪੰਜਾਬ ਸੈਕੂਲਰ ਆ ਤੇ ਫਿਰ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਸੈਕੂਲਰ ਨਹੀਂ ਉਹਦੀ ਜਗ੍ਹਾ ਹੈ? ਤੁਸੀਂ ਵੀ ਡਿਸਾਈਡ ਕਰ। ਤੁਹਾਡੀ ਵੀ ਓਪੀਨੀਅਨ ਹੋਣੀ ਚਾਹੀਦੀ ਆ। ਤੁਸੀਂ ਤਾਂ ਓਪੀਨੀਅਨ ਮੇਕਰਸ ਹੋ। ਓਪੀਨੀਅਨ ਦੇਤੀ ਹੈ ਤੇ ਮੀਡੀਆ ਚੈਨਲ ਤੇ ਲੋਕਾਂ ਦੀ ਓਪੀਨੀਅਨ ਬਣ ਜਾਂਦੀ ਹੈ। ਵੀ ਆਰ ਦਾ ਓਪੀਨੀਅਨ ਮੇਕਰ ਨਾ, ਮੈਂ ਉਹ ਤਾਂ ਜਸਟੀਫਾਈ ਨਹੀਂ ਕਰ ਸਕਦਾ। ਤੁਸੀਂ ਨਾ ਜਸਟੀਫਾਈ ਕਰੋ, ਲੇਕਿਨ ਮੈਂ ਤਾਂ ਹੀ ਤੁਹਾਡੇ ਤੋਂ ਪੁੱਛ ਰਿਹਾ, ਤਾਂ ਹੀ ਲੋਕਾਂ ਤੋਂ ਪੁੱਛ ਰਿਹਾ। ਖੇਤੀ ਵਾਰੀ ਜਾਖੜ ਸਾਹਿਬ ਨਾਲ ਗੱਲ ਕਦੋਂ ਹੋਈ? ਮੈਂ ਜਾਖੜ ਸਾਹਿਬ ਨੂੰ ਮੈਸੇਜ ਕੀਤਾ ਸੀਗਾ। ਜਾਖੜ ਸਾਹਿਬ ਜਿਸ ਦਿਨ ਨੋਟਿਸ ਆਇਆ ਸੀਗਾ, ਮੈਂ ਉਸ ਦਿਨ ਜਾਖੜ ਸਾਹਿਬ ਨੂੰ ਫੋਨ ਕੀਤਾ ਸੀ। ਮੈਂ ਜਾਖੜ ਸਾਹਿਬ ਨੂੰ ਕਿਹਾ ਸੀ, ਮਹੱਲੇ ਕਿ ਮੇਰਾ ਕੋਈ ਏਡਾ ਕੱਦ ਨਹੀਂ ਆ। ਮੈਂ ਕਿਹਾ ਜਾਖੜ ਸਾਹਿਬ ਜਿੰਨਾ ਕੁ ਸਾਡਾ ਔਕਾਤ ਹੈਗੀ ਆ ਉਸ ਹਿਸਾਬ ਨਾਲ ਤੁਸੀਂ ਦੱਸੋ, ਅਗਰ ਅਸੀਂ ਕੁਝ ਕਹਿਣਾ ਚਾਹੁੰਦੇ ਹਾਂ ਜਾਂ ਕਰ ਸਕਦੇ ਹਾਂ। ਸਾਨੂੰ ਮਹਿਸੂਸ ਹੋਇਆ ਸੀ ਵੀ ਨਹੀਂ, ਉਹ ਨਹੀਂ ਹੋਣਾ ਚਾਹੀਦਾ। ਲੇਕਿਨ ਉਹ ਸਾਰੀਆਂ ਚੀਜ਼ਾਂ ਦਾ ਅੱਜ ਮਾਇਨੇ ਨਹੀਂ ਰਹਿ ਜਾਂਦੇ ਜਦੋਂ ਜਾਖੜ ਸਾਹਿਬ ਜਾ ਕੇ ਬੀਜੇਪੀ ਨਾਲ ਰਲ ਜਾਂਦੇ ਆ। ਉਹ ਚੀਜ਼ਾਂ ਜਸਟੀਫਾਈਡ ਨਹੀਂ ਹੁੰਦੀਆਂ। ਸੋ ਤੁਸੀਂ ਜਿਹੜੀ ਗੱਲ ਕਰਦੇ ਵੀ ਜਦੋਂ ਕੋਈ ਬੰਦਾ ਸਾਡੇ ਵੱਲ ਆ ਜਾਂਦਾ ਵਾ, ਜਾਂ ਕੋਈ ਬੰਦਾ ਕੋਈ ਦੂਜੀ ਪਾਰਟੀ ਤੋਂ ਸਾਡੇ ਵੱਲ ਆਉਂਦਾ, ਕੀ ਅਸੀਂ ਉਹਨੂੰ ਜਸਟੀਫਾਈ ਕਰਦੇ ਹਾਂ? ਅਸੀਂ ਤਾਂ ਆਪ ਕਹਿੰਦੇ ਹਾਂ ਵੀ ਆਉਂਦੇ ਹੀ ਉਸ ਬੰਦੇ ਦੀ, ਦੇਖੋ ਇਕੱਲੀ ਵਿਚਾਰਧਾਰਾ ਦੀ ਗੱਲ ਨਹੀਂ ਆ। ਢਿੱਲੋਂ ਸਾਹਿਬ ਹੁਣੇ ਆਫ ਦਾ ਰਿਕਾਰਡ ਕਿਸੇ ਨਾਲ ਗੱਲ ਕਰ ਰਿਹਾ ਸੀ ਤੁਹਾਡੀ ਪਾਰਟੀ ਦੇ ਵੱਡੇ ਲੀਡਰ ਦੇ ਨਾਲ। ਉਹਨਾਂ ਦੀਆਂ ਅੱਖਾਂ 'ਚ ਮਤਲਬ ਗਲਾ ਭਰਿਆ ਹੋਇਆ ਸੀਗਾ ਫੋਟੋ ਦੇਖ ਕੇ ਜਾਖੜ ਸਾਹਿਬ ਦੀ। ਦਿਲ 'ਤੇ ਕੀ ਬੀਤ ਰਹੀ ਹੈ? ਅਖੀਰਲਾ ਹੀ ਸਵਾਲ ਹੈ ਮੇਰਾ। ਤਕਲੀਫ ਆ ਬਹੁਤ ਜ਼ਿਆਦਾ, ਦੁੱਖ ਲੱਗਦਾ ਬਹੁਤ ਜ਼ਿਆਦਾ, ਕਿਉਂਕਿ ਔਰ ਸ਼ਾਇਦ ਬੋਲਦੇ ਵੀ ਇਸੇ ਕਰਕੇ ਆ। ਜਾਖੜ ਸਾਹਿਬ ਦੇ ਉਲਟ ਬੋਲਿਆ ਜਾਂਦਾ। ਕਦੀ ਸੋਚਿਆ ਨਹੀਂ ਸੀਗਾ ਵੀ ਜਾਖੜ ਸਾਹਿਬ ਦੇ ਉਲਟ ਕਦੀ ਬੋਲਣ ਦੀ ਲੋੜ ਨੌਬਤ ਆਊਗੀ। ਅੱਜ ਜਾਖੜ ਸਾਹਿਬ ਦੇ ਉੱਤੇ ਸਵਾਲ ਖੜੇ ਕਰਨਾ ਹੀ ਇੱਕ ਉਲਟ ਬੋਲਣਾ ਵਾ। ਲੇਕਿਨ ਇਸ ਗੱਲ ਨੂੰ ਮੈਂ ਕਿਉਂਕਿ ਉਹਨਾਂ ਨੂੰ ਨਾ ਦੇਖ ਕੇ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਮੈਂ ਰਾਜਨੀਤੀ 'ਚ 16 ਜਦੋਂ ਤੋਂ ਆਏ ਹਾਂ, ਔਰ ਮਤਲਬ ਜਦੋਂ ਤੋਂ ਪੀਸੀਸੀ ਪ੍ਰਧਾਨ ਬਣੇ ਉਹਨਾਂ ਥੱਲੇ ਮੈਂ ਜ਼ਿਲ੍ਹਾ ਪ੍ਰਧਾਨ ਰਿਹਾ। ਉਹਨਾਂ ਨੂੰ ਸੁਣਨ ਚਾਹੀਦਾ ਸੀ, ਉਹਨਾਂ ਦੀ ਗੱਲਬਾਤ ਸੁਣੀ ਦੀ ਸੀ ਔਰ ਲੱਗਦਾ ਸੀ ਹਾਂ ਯਾਰ ਵੀ ਮਰਦ ਬੰਦਾ ਵਾ। ਅੱਜ ਉਹ ਜਿਹੜੀ ਗੱਲ ਹੁੰਦੀ ਸੀ ਨਾ ਵੀ ਜਿਹੜੀ ਖੜਨ ਵਾਲੀ, ਜਿਹੜੀ ਅੜਨ ਵਾਲੀ, ਜਿਹੜੀ ਨੌਜਵਾਨਾਂ ਨੂੰ ਜਿਹੜੀ ਪ੍ਰਭਾਵਿਤ ਕਰਦੀ ਆ। ਸਾਨੂੰ ਚੰਗਾ ਲੱਗਦਾ ਕੋਈ ਬੰਦਾ ਲੜਦਾ ਵਾ, ਅੱਜ ਲੱਗਦਾ ਜਾਖੜ ਸਾਹਿਬ ਨੇ ਸਰੈਂਡਰ ਕਰਤਾ। ਉਸ ਗੱਲ ਦਾ ਦੁੱਖ ਲੱਗਦਾ। ਬੀਜੇਪੀ ਚਲੇ ਜਾਂਦੇ ਕੋਈ ਹਰਜ ਨਹੀਂ ਸੀਗਾ। ਕਈ ਲੋਕ ਗਏ ਬੀਜੇਪੀ 'ਚ, ਕੋਈ ਫਰਕ ਨਹੀਂ ਪੈਂਦਾ। ਕਈ ਲੋਕਾਂ ਦੇ ਜਿਨ੍ਹਾਂ ਦਾ ਕੋਈ ਕਿਰਦਾਰ ਨਹੀਂ ਆ ਉਹ ਚਲੇ ਜਾਣ, ਕੋਈ ਫਰਕ ਨਹੀਂ ਪੈਂਦਾ। ਲੇਕਿਨ ਨੌਜਵਾਨ ਸਾਡੇ ਵਰਗੇ ਕਈ ਬੰਦਿਆਂ ਨੂੰ ਮੰਨਦੇ ਹੁੰਦੇ ਆ, ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ, ਜਿਨ੍ਹਾਂ ਨੂੰ ਤੁਸੀਂ ਵੇਖ ਕੇ ਤੁਸੀਂ ਰਾਜਨੀਤੀ ਕਰਨਾ ਚਾਹੁੰਦੇ ਹੋ। ਜਦੋਂ ਉਹ ਬੰਦੇ ਇਹੋ ਜਿਹਾ ਫੈਸਲਾ ਕਰਨ ਫਿਰ ਦੁੱਖ ਲੱਗਦਾ, ਫਿਰ ਤਕਲੀਫ ਹੁੰਦੀ ਆ, ਫਿਰ ਅੰਦਰੋਂ ਗੁੱਸਾ ਚੜ੍ਹਦਾ ਵਾ। ਫਿਰ ਅੰਦਰੋਂ ਇਹ ਲੱਗਦਾ ਵੀ ਯਾਰ ਵੀ ਫਿਰ ਇਹ ਜਿਹੜੀਆਂ ਅਸੀਂ ਗੱਲਾਂ ਨੂੰ ਦੇਖਦੇ ਰਹੇ, ਮੰਨਦੇ ਰਹੇ ਵੀ ਕੀ ਇਹ ਝੂਠ ਸੀ ਸਾਰਾ ਕੁਝ। ਫਿਰ ਆਪਣੇ ਆਪ ਨੂੰ ਇਹ ਤਕਲੀਫ ਹੁੰਦੀ ਆ ਔਰ ਮਹਿਸੂਸ ਹੁੰਦਾ ਵੀ ਨਹੀਂ ਯਾਰ ਵੀ ਫਿਰ ਰਾਜਨੀਤੀ ਦੇ ਮਾਇਨਿਆਂ ਨੂੰ ਤੁਸੀਂ ਦੁਬਾਰਾ ਆਪਣੇ ਆਪ ਨੂੰ, ਆਪਣੇ ਪ੍ਰਿੰਸੀਪਲਸ ਨੂੰ ਪੁੱਛਣ ਲੱਗ ਪੈਂਦੇ ਹੋ ਵੀ ਰਾਜਨੀਤੀ ਦੇ ਮਾਇਨੇ ਕੀ ਆ। ਅਗਰ ਜਾਖੜ ਸਾਹਿਬ ਵਰਗੇ ਬੰਦੇ ਪੋਲਿਟਿਕਸ ਆਫ ਓਪਰਚੁਨਿਜ਼ਮ ਕਰਨ, ਪੋਲਿਟਿਕਸ ਆਫ ਕਨਵੀਨੀਅੰਸ ਕਰਨ, ਤਾਂ ਫਿਰ ਅਸੀਂ ਮੰਨ ਲਓ ਅੱਜ ਕਾਂਗਰਸ ਪਾਰਟੀ ਦਾ ਮਾੜਾ ਟਾਈਮ ਆ, ਠੀਕ ਆ, ਜਿੱਥੋਂ ਜਿਹਨੂੰ ਅਹੁਦਾ ਮਿਲਣਾ ਚਾਹੀਦਾ ਕਿ ਉਹ ਅਹੁਦੇ ਲੈ ਕੇ ਦੂਜੇ ਪਾਸੇ ਚਲੀ ਜਾਵੇ। ਸਰਕਾਰ ਬਣਾਉਣਾ ਹੀ ਸਭ ਕੁਝ ਹੋ ਗਿਆ, ਸਰਕਾਰ 'ਚ ਰਹਿਣਾ ਹੀ ਸਭ ਕੁਝ ਹੋ ਗਿਆ। ਫਿਰ ਤੁਸੀਂ ਰਾਜਨੀਤੀ ਦੇ ਵਿੱਚ ਤੁਸੀਂ ਕਿਉਂ? ਸੋ ਇਹ ਸਵਾਲ ਆ ਜਿਹੜੇ ਹਰ ਨੌਜਵਾਨ ਆਪਣੇ ਆਪ ਨੂੰ ਜਿਹੜਾ ਰਾਜਨੀਤੀ 'ਚ ਪੁੱਛਦਾ ਵੀ ਮੈਂ ਰਾਜਨੀਤੀ 'ਚ ਕਿਉਂ ਆ,
ਕਿ ਮੈਂ ਰਾਜਨੀਤੀ 'ਚ ਇਸ ਕਰਕੇ ਆ ਵੀ ਮੈਂ ਸਰਕਾਰ ਬਣਾ ਕੇ MLA ਦੇ ਅਹੁਦੇ 'ਤੇ ਜਾ ਕੇ ਮੈਂ ਵੀ ਹਾਂ ਮੈਂ MLA ਬਣ ਗਿਆ, ਮੇਰਾ ਟੌਟ ਪੱਕਾ ਹੋਣਾ ਚਾਹੀਦਾ, ਇਹੋ ਜਿਹੀ ਚੀਜ਼ਾਂ ਸੋਚ ਰੱਖਣੀ ਚਾਹੀਦੀ ਹੈ ਬੰਦੇ ਨੂੰ। ਜਾਂ ਫਿਰ ਆਪਾਂ ਨੂੰ ਇਹ ਹੋਣਾ ਚਾਹੀਦਾ ਵੀ ਨਹੀਂ ਯਾਰ, ਮੈਂ ਮਿੱਟੀ ਨਾਲ ਮਿੱਟੀ ਹੋਵਾਂ, ਮੈਂ ਮਿਹਨਤ ਕਰਾਂ, ਮੈਂ ਪਾਰਟੀ ਨੂੰ ਖੜਾ ਕਰਾਂ, ਔਰ ਮੈਂ ਇਸ ਜਿਹੜੀ ਮੈਂ ਸੋਚ ਨਾਲ ਜੁੜਿਆ ਹੋਇਆ, ਇਸ ਸੋਚ ਨੂੰ ਮੈਂ ਹੋਰ ਲੋਕਾਂ ਤੱਕ ਲੈ ਕੇ ਜਾਵਾਂ। ਸਿਆਣੇ ਕਹਿੰਦੇ ਆ ਜੋਸ਼ ਨੂੰ ਹਮੇਸ਼ਾ ਹੋਸ਼ ਮਗਰ ਲੱਗਣਾ ਚਾਹੀਦਾ। ਹੋਸ਼ ਸੁਨੀਲ ਜਾਖੜ, ਜੋਸ਼ ਬਰਿੰਦਰ ਢਿੱਲੋਂ, ਤੇ ਬਰਿੰਦਰ ਢਿੱਲੋਂ ਵਰਗੇ ਹੋਰ ਨੌਜਵਾਨ ਹੁਣ ਹੋਸ਼ ਨੇ ਕੀ ਕਦਮ ਚੁੱਕੇ ਆ ਤੇ ਜੋਸ਼ ਅੱਗੇ ਕਿਸ ਤਰੀਕੇ ਦੇ ਨਾਲ ਇਸ ਨੂੰ ਲੈਣਗੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਕੈਮਰੇ ਦੇ ਸਾਥ ਰਹੇ ਸੀਗੇ ਸੁਖਵਿੰਦਰ, ਮੈਂ ਲੰਕੇਸ਼ ਤਰਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।